ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਇਸ YouTube ਚੈਨਲ ਤੇ। ਦੋਸਤੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਕਲਾਸ +1 ਦਾ ਫਸਟ ਚੈਪਟਰ ਦਾ ਸੈਕਿੰਡ ਐਕਸਰਸਾਈਜ਼ ਯਾਨੀ ਕਿ 1B। ਅੱਜ ਇਸ ਦੀ ਆਪਾਂ ਇੰਟਰੋਡਕਸ਼ਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇਸ ਐਕਸਰਸਾਈਜ਼ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਫਾਈਨਾਈਟ ਸੈਟ ਐਂਡ ਇਨਫਾਈਨਾਈਟ ਸੈਟ। ਤਾਂ ਸਾਰੇ ਬੱਚੇ ਧਿਆਨ ਨਾਲ ਦੇਖਣਗੇ। ਫਾਈਨਾਈਟ ਸੈਟ, ठीक है जी। फाइनाइट सैट ਹੁਣ ਨਾਮ ਤੋਂ ਹੀ ਕਲੀਅਰ ਹੈ ਜੀ। ਫਾਈਨਾਈਟ ਸੈਟ ਯਾਨੀ ਕਿ ਉਹ ਸੈਟ ਜਿਹੜਾ ਫਾਈਨਾਈਟ ਯਾਨੀ ਕਿ ਨੰਬਰ ਆਫ ਐਲੀਮੈਂਟਸ ਦੇ ਵਿੱਚ ਫਾਈਨਾਈਟ ਹੋਣ ਯਾਨੀ ਕਿ ਜਿਨ੍ਹਾਂ ਦੀ ਗਿਣਤੀ ਆਪਾਂ ਕੀਤੀ ਜਾ ਸਕੇ। ਠੀਕ ਹੈ ਜੀ। ਕਹਿੰਦਾ ਇਹ ਸੈਟ ਇਜ਼ ਸੈਡ ਟੂ ਬੀ ਫਾਈਨਾਈਟ ਇਫ ਇਟ ਕੰਸਿਸਟਸ ਓਨਲੀ ਫਾਈਨਾਈਟ ਨੰਬਰ ਆਫ ਐਲੀਮੈਂਟਸ। ਕਹਿੰਦਾ ਇਫ ਇਹ ਸੈਟ consists only finite number of elements। ठीक है जी। तो आप उस सैट की कहेंगे जी फाइनाइट सैट। फॉर एग्जांपल जिदा 1 2 3। ठीक है जी। या फिर आप कोई होर सैट ले देना 2 4 6 8। देखो ये सैट है 1 2 3 3 एलीमेंट्स ने फाइनाइट ने आप गिनती कर सकते हैं। फर्स्ट एलीमेंट भी पता लास्ट भी पता है, ये फाइनाइट सैट है जी। दूसरा जी 1 2 3 4 4 एलीमेंट ने। ठीक है जी। इन्नी आप गिनती कर सकते हैं। ये भी की है जी एक फाइनाइट सैट है। किन्ने मर्जी एलीमेंट हो सकते हैं, n एलीमेंट से हो सकते हैं। ठीक है जी। हाँ जी, इसमें आप कहेंगे जी फाइनाइट सैट। ठीक है जी। सैकेंड है जी इनफाइनाइट सैट। हुण ये भी अपने नाम तो क्लीयर है जी। इनफाइनाइट यानी कि जिहदे इनफाइनाइट नंबर ऑफ एलीमेंट्स होण। कहंदा इफ ए सैट consists of infinite number of elements then that set is known as a infinite set। ठीक है जी। ਹੁਣ ਫੋਰ ਐਗਜ਼ਾਮਪਲ ਇੱਥੇ ਆਪਾਂ ਲਿਖ ਦਿੰਦੇ ਹਾਂ ਫੋਰ ਐਗਜ਼ਾਮਪਲ ਸੈਟ ਆਫ, ਜਿਸ ਤਰ੍ਹਾਂ ਆਪਾਂ ਫਸਟ ਲੈਕਚਰ 'ਚ ਕਰਿਆ ਸੀਗਾ ਸੈਟ ਆਫ ਨੈਚੁਰਲ ਨੰਬਰ। ਠੀਕ ਹੈ ਜੀ। ਦਾ 1 2 3 4 ਸੋ ਔਨ ਅਪ ਟੂ ਇਨਫਿਨਿਟੀ। ਇਸ ਸੈਟ ਦੇ ਵਿੱਚ ਆਪਾਂ ਨੂੰ देखो फर्स्ट एलिमेंट पता है 1 फिर 2 फिर 3 फिर 4 फिर सो ऑन अप टू लास्ट एलिमेंट नहीं पता ही नहीं एलिमेंट कितने जाके खत्म होने नंबर। ठीक है जी। इनफाइनाइट नंबर ऑफ एलिमेंट्स ने आप इन्होंने एलिमेंट्स की जी गिनती नहीं कर सकते। ठीक है जी। दैट्स वाई इट्स नोन एज इनफाइनाइट सैट। ठीक है जी। आप कोई भी एग्जाम्पल हो लिख सकते हैं जिवें सैट ऑफ ईवन नंबरस फॉर एग्जाम्पल 2 4 6 8 10 12 14 16 सो ऑन अप टू इनफिनिटी, क्योंकि ईवन नंबरस कदे भी खत्म नहीं होने, अगे जा ही जाएंगे इस तरह। ठीक है जी। इन्होंने आप की लिखांगे जी ये इनफाइनाइट सैट ने। ठीक है। नैक्सट है जी अपने को कार्डिनल सैट सॉरी कार्डिनल नंबर। कार्डिनल नंबर ਨੂੰ एक होर नाम नाल जाना जाता है जो उन्होंने क्या जाता जी ऑर्डर ऑफ ए सैट। एक सैट का ऑर्डर यानी कि किसी भी सैट ਦੇ ਵਿੱਚ ਕਿੰਨੇ नंबर ऑफ एलीमेंट्स ने ਉਹਨੂੰ ਆਪਾਂ ਕਹਿੰਦੇ जी कार्डिनल नंबर। ठीक है जी। ਜਿੰਨੇ ਵੀ ਇੱਕ ਸੈਟ ਦੇ ਵਿੱਚ ਟੋਟਲ ਨੰਬਰ ਆਫ ਐਲੀਮੈਂਟਸ ਹੋਣਗੇ ਉਸ ਨੂੰ ਆਪਾਂ ਕੀ ਕਵਾਂਗੇ ਜੀ कार्डिनल नंबर्स। द नंबर ऑफ एलिमेंट्स कंटेन इन ए सैट। ਇਹ ਕੀ ਹੁੰਦਾ ਜੀ द नंबर ऑफ एलिमेंट्स डिफरेंट एलिमेंट्स आप लिख सकते डिफरेंट एलिमेंट्स contained in any set is known as cardinal number or order of set। ਜਿਵੇਂ ਫੋਰ ਐਗਜ਼ਾਮਪਲ ਇੱਕ ਗੱਲ ਇੱਥੇ ਧਿਆਨ ਨਾਲ ਹੈਗੀ ਸੁਣਨ ਵਾਲੀ ਹੈ ਜੀ, ਜਿਹੜਾ ਇਹ ਕਾਰਡੀਨਲ ਨੰਬਰ ਹੈਗਾ ਜਾਂ ਆਰਡਰ ਆਫ ਸੈਟ ਹੈਗਾ ਇਹ ਹਮੇਸ਼ਾ ਸਿਰਫ ਫਾਈਨਾਈਟ ਨੰਬਰ ਸੈਟ ਦਾ ਹੀ ਹੋਵੇਗਾ। ਜਿਸ ਤਰ੍ਹਾਂ ਇੱਥੇ ਸੈਟ A ਹੈ ਜੀ, ਇਹਦਾ ਆਰਡਰ ਕਿੰਨਾ ਹੋਏਗਾ ਇਹ ਸੈਟ ਦਾ ਜੀ 3, ਕਿਉਂਕਿ ਇਹਦੇ 3 ਐਲੀਮੈਂਟਸ ਨੇ। ਇਹਦਾ ਕਿੰਨਾ ਹੋਏਗਾ ਜੀ 4, ਕਿਉਂਕਿ ਇਹਦੇ 'ਚ 4 ਐਲੀਮੈਂਟਸ ਨੇ। ਠੀਕ ਹੈ ਜੀ। ਹੁਣ ਆ ਜਿੱਦਾਂ ਇਹ ਸੈਟ ਲਿਖਿਆ ਇਨਫਾਈਨਾਈਟ ਸੈਟ, ਹੁਣ ਇਹਦੇ 'ਚ ਆਪਾਂ ਨੰਬਰ ਆਫ ਐਲੀਮੈਂਟਸ ਦੀ ਗਿਣਤੀ ਨਹੀਂ ਕਰ ਸਕਦੇ, ਇਸ ਕਰਕੇ ਇਨਫਾਈਨਾਈਟ ਸੈਟ ਦਾ ਜਿਹੜਾ ਕਾਰਡੀਨਲ ਨੰਬਰ ਨਹੀਂ ਹੁੰਦਾ। ਠੀਕ ਹੈ ਨਾ। ਤੇ ਕਾਰਡੀਨਲ ਨੰਬਰ ਆਫ ਇਨਫਾਈਨਾਈਟ ਸੈਟ ਡਜ਼ ਨਾਟ ਐਗਜ਼ਿਸਟ। ਠੀਕ ਹੈ ਜੀ। ਐਗਜ਼ਿਸਟ ਨਹੀਂ ਕਰਦਾ ਉਹਨਾਂ ਦਾ, ਜਾਂ ਆਪਾਂ ਕਹਿ ਲਓ ਨੈਵਰ ਡਿਫਾਈਨ ਨਹੀਂ ਕਰ ਸਕਦਾ, ਜਾਂ ਆਰਡਰ ਆਫ ਸੈਟ। ਠੀਕ ਹੈ ਜੀ। ਇੱਥੇ ਆਪਾਂ ਲਿਖਦੇ ਹਾਂ ਨੀਚੇ द ऑर्डर ऑफ इनफाइनाइट सेट
इज नेवर डिफाइंड। ठीक है जी, पर डिफाइंड नहीं कर सकते। क्लियर है जी। नैक्सट है जी अपने को द एम्प्टी सैट। एम्प्टी सैट, ਹੁਣ एम्प्टी सैट आप नाम तो ही क्लीयर है, ਜਿਹੜਾ खाली ਹੋਵੇ। एम्प्टी ਦਾ मतलब ਹੁੰਦਾ खाली, ਉਹ ਸੈੱਟ ਜਿਹਦੇ ਵਿੱਚ ਕੋਈ ਵੀ ਐਲੀਮੈਂਟ ਨਾ ਹੋਵੇ। ਠੀਕ ਹੈ ਜੀ, ਕਹਿੰਦੇ ਇਹ ਸੈੱਟ हैविंग नो एलीमेंट, ਜਿਹਦੇ ਵਿੱਚ ਕੋਈ ਵੀ ਐਲੀਮੈਂਟ ਨਾ ਹੋਵੇ। ਇਸ ਨੂੰ ਆਪਾਂ ਇੱਕ ਹੋਰ ਨਾਮ ਨਾਲ ਨਲ ਸੈੱਟ ਵੀ ਕਹਿ ਸਕਦੇ ਜਾਂ ਫਿਰ ਵੋਇਡ ਸੈੱਟ ਵੀ ਕਹਿ ਸਕਦੇ ਹਾਂ। ਇਹਨਾਂ ਦੋ ਨਾਮਸ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ ਤੇ ਇਹਨੂੰ ਆਪਾਂ ਫਾਈ ਦੇ ਨਾਲ ਡਿਨੋਟ ਕਰਦਾ, ਇਸ ਤਰ੍ਹਾਂ ਫਾਈ। ਠੀਕ ਹੈ, ਜ਼ੀਰੋ ਲਗਾ ਕੇ ਉੱਪਰ ਇਸ ਤਰ੍ਹਾਂ ਲਾਈਨ, ਇਹਨੂੰ ਆਪਾਂ ਕੀ ਕਹਿੰਦੇ ਆ ਜੀ ਫਾਈ। ਥੋੜੀ ਲਾਈਨ ਟੇਢੀ ਹੋਵੇਗੀ। ਠੀਕ ਹੈ ਜੀ, ਫਾਈ ਸੈੱਟ ਵੀ ਕਿਹਾ ਜਾਂਦਾ। ਇਸ ਸੈੱਟ ਦੇ ਨਾਲ ਆਪਾਂ ਇਹਨੂੰ ਡਿਨੋਟ ਕਰਦੇ ਹਾਂ। ਕਲੀਅਰ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ ਸਿੰਗਲਟਨ ਸੈੱਟ। ਸਿੰਗਲਟਨ ਸੈੱਟ, ਸਿੰਗਲ ਨਾਮ ਤੋਂ ਹੀ ਕਲੀਅਰ ਹੈ, ਜਿਹਦੇ ਸਿਰਫ ਇੱਕ ਐਲੀਮੈਂਟ ਹੋਵੇ। ਕਹਿੰਦੇ ਇਹ ਸੈੱਟ ਹੈਵਿੰਗ ਓਨਲੀ ਵਨ ਐਲੀਮੈਂਟ, ਜਿਹਦੇ ਵਿੱਚ ਸਿਰਫ ਇੱਕ ਹੀ ਸੈੱਟ ਐਲੀਮੈਂਟ ਹੋਵੇ, ਉਸ ਨੂੰ ਆਪਾਂ ਕੀ ਕਹਿੰਦੇ ਆ ਜੀ ਸਿੰਗਲਟਨ ਸੈੱਟ। क्लियर है जी। उस बाद फिर नेक्स्ट आ गई डेफिनेशन ऑर्डर ऑफ ए सेट, वो आप ऑलरेडी डिस्कस कर चुके हैं जी। द नंबर ऑफ डिस्टिंक्ट एलिमेंट या डिफरेंट एलिमेंट्स इन ए फाइनाइट सेट इज नोन एज इज कॉल्ड ऑर्डर ऑफ सेट। ठीक है जी, हाँ जी। उस बाद है जी इक्वल सेट। इक्वल सेट की होंगे जी, वो दो सैट ਨੂੰ ਆਪਾਂ ਇਕੁਅਲ ਸੈੱਟ ਲਿਖਾਂਗੇ ਜੇਕਰ ਉਹਨਾਂ ਦੇ ਵਿੱਚ ਐਗਜ਼ੈਕਟਲੀ ਸੇਮ ਐਲੀਮੈਂਟਸ ਹੋਣ। ਕਹਿੰਦਾ ਠੀਕ ਹੈ ਜੀ, ਕਹਿੰਦਾ ਟੂ sets A and B are said to be equal if they have exactly same elements। ਜੇਕਰ ਉਹਨਾਂ ਦੇ ਵਿੱਚ ਸੇਮ ਐਲੀਮੈਂਟਸ ਹੋਣ। ਹੁਣ ਫੋਰ ਐਗਜ਼ਾਮਪਲ ਆਪਾਂ ਲਿਖ ਦੇਣਾ, ਜਿਵੇਂ ਇੱਥੇ A ਸੈੱਟ ਮੈਂ ਲਿਖ ਦੇਣਾ 1 2 3 4 ਤੇ B ਸੈੱਟ ਲਿਖ ਦੇਣਾ 2 4 1 3। ਆ ਦੇਖੋ 2 4 3 1 ਸੇਮ ਨੇ, ਅੱਗੇ ਪਿੱਛੇ ਲਿਖੇ ਹੋਏ ਨੇ, ਤੇ ਮਤਲਬ A ਸੈੱਟ B ਦੇ ਕੀ ਹੈ ਜੀ ਇਕੁਅਲ। ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ ਇਕੁਇਵਲੈਂਟ ਸੈੱਟ। ਇਕੁਇਵਲੈਂਟ ਸੈਟਸ, ਹੁਣ ਦੋ ਸੈੱਟ A and B, two sets A and B are said to be equivalent if they have same number of element, सेम नंबर ऑफ एलिमेंट्स। ठीक है जी। फॉर एग्जांपल जिस तरह आप लिख दें ए सैट मान लो 1 2 3 4 चार एलिमेंट्स ने, इतने बी आप लिख देना जी A B C ते D। ठीक है जी। ਹੁਣ ਇਹਦੇ 'ਚ 1 2 3 4 ਯਾਨੀ ਕਿ ਜੇਕਰ ਉਹਨਾਂ ਦਾ ਆਰਡਰ ਸੇਮ ਹੋਵੇ। ਠੀਕ ਹੈ, ਆਪਾਂ ਇਹ ਵੀ ਕਹਿ ਸਕਦੇ ਹਾਂ। ਬੀ 'ਚ ਕੀ ਹੈ A B C D, ਇੱਧਰ ਵੀ ਚਾਰ ਐਲੀਮੈਂਟਸ ਨੇ, ਇੱਧਰ ਵੀ ਚਾਰ ਐਲੀਮੈਂਟਸ ਨੇ, ਤਾਂ ਫਿਰ ਇਹ ਕੀ ਹੋ ਗਿਆ ਜੀ, ਜਿਹੜਾ A ਹੈਗਾ ਉਹ B ਦੇ ਕੀ ਹੈ ਜੀ ਇਕੁਇਵਲੈਂਟ ਹੈ। ਆਪਾਂ ਕਿਸ ਤਰ੍ਹਾਂ ਪਾਵਾਂਗੇ ਜੀ, ਇੱਕ ਲਾਈਨ ਇਸ ਤਰ੍ਹਾਂ, ਉੱਪਰ ਇਸ ਤਰ੍ਹਾਂ ਲਾਈਨ। ਠੀਕ ਹੈ ਜੀ, ਇਹ ਕਾਹਦਾ ਇਕੁਇਵਲੈਂਟ ਦਾ ਨਿਸ਼ਾਨ ਹੈ। ਠੀਕ ਹੈ ਜੀ, ਇਸ ਤਰ੍ਹਾਂ। ਠੀਕ ਹੈ ਜੀ, A ਇਜ਼ ਇਕੁਇਵਲੈਂਟ ਟੂ B। ਠੀਕ ਹੈ ਜੀ। ਹੁਣ ਇੱਥੇ ਇੱਕ ਇਹ ਵੀ ਕਲੀਅਰ ਹੈ, ਦੇਖੋ ਅੱਜ ਜਿਸ ਤਰ੍ਹਾਂ ਆਪਾਂ ਆਹ ਸੈੱਟ ਲਿਖਿਆ A ਤੇ B, ਇਹਦੇ 'ਚ ਨੰਬਰ ਆਫ ਐਲੀਮੈਂਟਸ 4 ਨੇ, ਇਹਦੇ 'ਚ ਨੰਬਰ ਆਫ ਐਲੀਮੈਂਟਸ 4 ਨੇ, ਇਹ ਆਪਸ ਇਕੁਅਲ ਨੇ। ਇਹ ਇਕੁਅਲ ਨੇ ਤੇ ਇਹਨਾਂ ਨੂੰ ਆਪਾਂ ਇਕੁਇਵਲੈਂਟ ਸੈੱਟ ਵੀ ਕਹਿ ਸਕਦੇ ਹਾਂ। ਠੀਕ ਹੈ, ਜਿੰਨੇ ਵੀ ਆਪ ਇਕੁਅਲ ਸੈੱਟ ਹੋਣਗੇ ਉਹ ਸਾਰੇ ਕੀ ਹੋਣਗੇ ਇਕੁਇਵਲੈਂਟ ਹੋਣਗੇ। ਪਰ ਆਹ ਦੋ ਸੈੱਟ ਕੀ ਨੇ ਜੀ ਇਕੁਇਵਲੈਂਟ ਨੇ, ਪਰ ਇਹ ਇਕੁਅਲ ਨਹੀਂ ਹੈਗੇ, ਕਿਉਂਕਿ ਇਹਦੇ 'ਚ ਵੀ ਚਾਰ ਐਲੀਮੈਂਟਸ ਨੇ, ਇਹਦੇ 'ਚ 4 ਐਲੀਮੈਂਟਸ ਨੇ, ਪਰ ਉਹ ਸੇਮ ਨਹੀਂ ਹੈਗੇ। ਇੱਥੇ 1 2 3 4 ਹੈ, ਇੱਧਰ A B C D ਨੇ। ਕਲੀਅਰ ਹੈ ਜੀ, ਹਾਂਜੀ, ਆਹ ਡਿਫਰੈਂਸ ਹੈ ਜੀ। ਠੀਕ ਹੈ, ਇਹ ਸੀਗਾ ਜੀ ਆਪਣੀ ਇੰਟਰੋਡਕਸ਼ਨ ਹੈ ਸੈਕਿੰਡ ਐਕਸਰਸਾਈਜ਼ ਦੀ। ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਜੀ ਐਕਸਰਸਾਈਜ਼ ਦੇ ਕੁਝ ਕੁਐਸਚਨਸ। ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਲੈਕਚਰ। ਥੈਂਕ ਯੂ ਜੀ।